दिन हुण कल नूं आ रहा हैगा है 20 तरीक, जिस दिन वास्ते असीं लगभग 6 महीने तो तैयारी कर रहे थे। ये जिहड़ा डी डे हैगा आ, इस डी डे तक पहुँचण वास्ते असीं तुहाडे सारिਆਂ ਲਈ बहुत ही सारे इंतजाम कीते ने। हुण तक दीयां जिहड़ियां साडीआं तैयारियां ने सारियां मुकम्मल हो चुकियां ने और बाय गॉड्स ग्रेस हुण तक जिहड़ा हैगा फाजिलका जिले दे विच जिन्नियां साडीआं रैलियां होईयां ने, जिन्ने भी साडे पोलीटिकल पार्टीज़ ने अपने इवेंट कीते ने, कल परसों साडे मानयोग प्रधानमंत्री साहब भी इत्थे आके गए ने। प्रशासन ने लगातार दिन रात काम करके मेहनत नाल इन्हां सारियां ਕੰਮਾਂ ਨੂੰ ਨਿਕਲੇ ਚੜਿਆ ਹੈਗਾ। ਚਾਹੇ ਉਹ ਆਮ ਆਦਮੀ ਪਾਰਟੀ ਨੇ, ਚਾਹੇ ਉਹ ਕਾਂਗਰਸ ਵਾਲੇ ਹੈਗੇ ਨੇ, ਚਾਹੇ ਬੀਜੇਪੀ ਦੇ ਨੇ, ਹਰ ਇੱਕ ਅਸੀਂ ਉਹਨਾਂ ਸਾਰਿਆਂ ਦੀ ਹੀ ਪ੍ਰੋਟੈਕਸ਼ਨ ਵਾਸਤੇ ਉਹਨਾਂ ਨੇ ਸਾਰਿਆਂ ਦੀ ਸਿਕਿਉਰਿਟੀ ਦੇ ਪੁਖਤਾ ਇੰਤਜ਼ਾਮ ਕੀਤੇ। ਉਹਨਾਂ ਨੇ ਪਰਮਿਸ਼ਨ ਉਹਨਾਂ ਨੂੰ ਟਾਈਮ ਸਿਰ ਦਿੱਤੀਆਂ। ਕਿਸੇ ਨੇ ਹੈਲੀਕਾਪਟਰ ਤੇ ਆਉਣਾ ਸੀ, ਅਸੀਂ ਇਹ ਬਿਲਕੁਲ ਧਿਆਨ ਰੱਖਿਆ ਕਿ ਉਹਨਾਂ ਨੂੰ ਜੋ ਵੀ ਉਹਨਾਂ ਦੀਆਂ ਰਿਕੁਆਇਰਮੈਂਟਸ ਨੇ ਪੂਰੇ ਟਾਈਮ ਦੇ ਉੱਤੇ ਪੂਰੀਆਂ ਹੋਣ। ਸੋ ਹੁਣ ਤੱਕ ਦਾ ਸਾਡਾ ਕੰਮ ਜਿਹੜਾ ਹੈਗਾ ਆ ਬਿਲਕੁਲ ਹੀ ਸ਼ਾਂਤੀ ਦੇ ਨਾਲ ਪੂਰਾ ਹੋਇਆ। ਅਸੀਂ ਜਿੰਨੀਆਂ ਵੀ ਸਾਡੇ ਕੋਲ ਸੀ ਵਿਜ਼ਨ ਦੇ ਉੱਤੇ ਕੰਪਲੇਂਟਸ ਆਈਆਂ ਨੇ, 1950 ਦੇ ਉੱਤੇ ਕੰਪਲੇਂਟਸ ਆਈਆਂ ਨੇ ਇਲੈਕਸ਼ਨ ਦੇ ਰਿਲੇਟਡ, ਉਹ ਸਾਡਾ ਇੱਕ ਟਾਈਮ ਬਾਉਂਡ ਪੀਰੀਅਡ ਸੀਗਾ। ਅਸੀਂ ਉਹਨਾਂ ਨੂੰ ਵਿਦਿਨ ਟਾਈਮ ਲਿਮਿਟਸ ਦੇ ਵਿੱਚ ਪੂਰਾ ਕੀਤਾ ਹੈ। ਸਾਡੀ ਕੋਈ ਵੀ ਪੈਂਡੈਂਸੀ ਜਿਹੜੀ ਸੀਗੀ ਟਾਈਮ ਤੋਂ ਬਾਹਰ ਨਹੀਂ ਸੀਗੀ। ਅੱਜ ਦੀ ਡੇਟ ਦੇ ਵਿੱਚ ਮੇਰੇ ਕੋਲ ਸਿਰਫ 2 ਕੰਪਲੇਂਟਸ ਪੈਂਡਿੰਗ ਪਈਆਂ ਹੋਈਆਂ ਨੇ। ਉਹ ਵੀ ਇਸ ਕਰਕੇ ਪੈਂਡਿੰਗ ਹੈਗੀਆਂ ਨੇ ਕਿਉਂਕਿ ਉਹ ਪੁਰਾਣੀਆਂ ਕੰਪਲੇਂਟਸ ਨੇ ਔਰ ਉਹਦੇ ਵਿੱਚ ਇੱਕ ਪ੍ਰੋਪਰ ਇਨਕੁਆਇਰੀ ਹੋ ਰਹੀ ਹੈ। ਸਾਡੇ ਕੋਲ ਟੋਟਲ 829 ਬੂਥ ਹੈਗੇ ਨੇ, 499 ਲੋਕੇਸ਼ਨਸ ਨੇ। ਉਸ ਤੋਂ ਬਾਅਦ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖਦੇ ਹੋਏ ਕੁਝ ਅਸੀਂ ਵਨਰੇਬਲ ਬੂਥ ਬਣਾਏ ਨੇ, ਕ੍ਰਿਟੀਕਲ ਬੂਥ ਬਣਾਏ ਨੇ। ਇਸ ਵਾਰੀ ਕ੍ਰਾਈਟੇਰੀਆ ਥੋੜਾ ਚੇਂਜ ਹੋ ਗਿਆ ਸੀਗਾ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕਿਹਾ ਸੀਗਾ ਕਿ ਇਸ ਵਾਰੀ ਤੁਸੀਂ ਵਨਰੇਬਲ ਲੋਕੇਸ਼ਨਸ ਨੂੰ ਆਇਡੈਂਟੀਫਾਈ ਕਰੋ ਔਰ ਉਸ ਲੋਕੇਸ਼ਨ ਦੇ ਵਿੱਚ ਜਿਹੜੇ ਕੋਈ ਬੂਥ ਪੈ ਰਹੇ ਹੈਗੇ ਨੇ ਉਹਨਾਂ ਨੂੰ ਕ੍ਰਿਟੀਕਲ ਬੂਥ ਬਣਾਓ। ਉਸ ਦੇ ਮੁਤਾਬਕ ਹੀ ਉਹਨਾਂ ਦੇ ਉੱਤੇ ਪੁਲਿਸ ਫੋਰਸ ਸਪੈਸ਼ਲ ਲਗਾਈ ਜਾਂਦੀ ਹੈ। ਉਹ ਸਾਡੀ ਇਨ ਪਲੇਸ ਹੈਗੀ ਹੈ। ਸਾਡੇ ਕੋਲ ਪੋਲਿੰਗ ਸਟੇਸ਼ਨ ਹੈਗੇ ਨੇ 829 ਦੀ ਜਿਹੜੀਆਂ ਕਿ ਪੋਲਿੰਗ ਬੂਥ ਨੇ, 490 ਸਾਡੀਆਂ ਲੋਕੇਸ਼ਨ ਨੇ। ਸਾਡੇ ਕੋਲ ਮੇਲ ਵੋਟਰ ਹੈਗੇ ਨੇ 3,98,015, ਫੀਮੇਲ ਵੋਟਰਸ ਨੇ 3,52,247, अदर वोटर्स 19, टोटल वोटर 7,53,281। और थानू ये जान के खुशी होगी कि पिछले महीने 2 जोड़े है मैं लगातार वैक्सीनेशन वाले पासे चली हाँ और साढ़े पूरे 7,53,292 वोटर वैक्सीनेटेड। फर्स्ट डोज सबनों लग चुकी है ਤੇ ਅੱਜ ਦੀ ਡੇਟ ਦੇ ਵਿੱਚ ਅਬਾਊਟ 59 ਜਾਂ 60% ਸ਼ਾਮ ਤੱਕ ਹੋ ਜਾਣਗੇ ਸੈਕਿੰਡ ਡੋਜ਼ ਵੀ। ਔਰ ਸਾਡਾ ਜ਼ਿਲ੍ਹਾ ਜਿਹੜਾ ਹੈਗਾ ਜਿਹੜੇ 0 ਤੋਂ 15 ਵੋਟਰ ਹੈਗੇ ਨੇ ਉਹਨਾਂ ਦੇ ਵਿੱਚੋਂ ਅਸੀਂ ਜਿਹੜੇ ਹੈਗੇ ਆ ਇਕੱਲਾ ਫਾਜ਼ਿਲਕਾ ਹੈ ਜਿਨ੍ਹਾਂ ਨੇ ਆਪਣਾ ਨੈਸ਼ਨਲ ਟਾਰਗੇਟ ਨੂੰ 71% ਦਾ ਟਾਰਗੇਟ ਸੀਗਾ, ਅਸੀਂ 74% 0 ਤੋਂ 15 ਬੱਚਿਆਂ ਨੂੰ ਵੀ ਲਗਾ ਦਿੱਤੀ ਹੈ। ਸੋ ਇਹ ਸਾਰਾ ਤੁਹਾਡੇ ਸਹਿਯੋਗ ਦੇ ਨਾਲ ਹੋਇਆ। बड़ी असी मेहनत की, तुसी भी साडे नाल चले हो, तुसी साडे नाल कई बाज़ारां च गए हो, सारा कुछ। तो थैंक यू साडा भी। साडे कोल जिहड़े 2298 सर्विस वोटर ने, ठीक है, असी उन्हां नूं सारिआं नूं ही पोस्टल बैलेट पेपर भेजे है। असी डिफेंस वालिआं दी ड्यूटी लगाई हैगी है कि 2298 दे 2298 जिहड़े वोटर है सानूं साडा टीचर है कि सारे ही वोट साडे कोल लैके आउणगे। असी उन्हां नूं फिर अज कॉल कर रहे हैगे हैं। असी इन्हां नूं इंश्योर करना है कि इह साडे कोल आके वोट पाउण। साढ़े जिहड़े ऑर्डनरी पोलिंग लोकेशनस हैगियां ने 108 जलालाबाद, 79 फाजिलका, 36 अबोहर, 33 बल्लूआणा। साढ़े जिहड़े वनरेबल एरियाज ने, जिवें मैं तुहानूं दस्सिआ एक एरिया ਉਹਦੇ ਵਿੱਚ कुछ जिवें आह एरिया हो गया ਇਹਦੇ जिन्ने भी बूथ हो जाणगे ਉਹ क्रिटिकल हो जाणगे। सो जलालाबाद ਦੇ ਵਿੱਚ ਸਾਡੇ ਕੋਲ ਜਿਹੜੇ वनरेबल एरियाज 43, 38, 37 अबोहर, 56 बल्लूआणा। ਇਹ ਜਿੰਨੇ ਵੀ ਵੈਸੇ ਅਸੀਂ ਸਾਰੇ ਹੀ ਪੋਲਿੰਗ ਬੂਥ ਦੇ ਉੱਤੇ ਮਾਈਕਰੋ ਆਬਜ਼ਰਵਰ ਲਗਾਏ ਹੋਏ ਨੇ। ਸਾਡੇ ਮਾਈਕਰੋ ਆਬਜ਼ਰਵਰ ਉਹ ਹੁੰਦੇ ਨੇ ਜਿਹੜੇ ਕਿ ਸਾਰੇ ਇਲੈਕਸ਼ਨ ਦੇ ਪ੍ਰੋਸੈਸ ਨੂੰ ਬਿਲਕੁਲ ਕਲੋਜ਼ਲੀ ਵਾਚ ਕਰਦੇ ਨੇ ਕਿ ਜਿੱਥੇ ਅਸੀਂ ਸੋਚਦੇ ਕਿ ਗੜਬੜ ਹੋ ਸਕਦੀ ਹੈ। ਸਾਡੀਆਂ ਹਰ ਬੂਥ ਦੇ ਉੱਤੇ ਅਸੀਂ ਲਗਾਏ ਹੋਏ ਨੇ। 59 ਅਸੀਂ ਲਗਾਏ ਹੋਏ ਨੇ ਜਲਾਲਾਬਾਦ ਦੇ ਵਿੱਚ ਸਾਡੇ ਮਾਈਕਰੋ ਆਬਜ਼ਰਵਰ ਨੇ, ਫਾਜ਼ਿਲਕਾ ਦੇ ਵਿੱਚ 53 ਨੇ, ਅਬੋਹਰ ਜਿਹੜੇ 48 ਨੇ, 74 ਬਲੂਆਣਾ। ਅਸੀਂ ਪੀਣ ਦੇ ਪਾਣੀ ਦਾ ਪ੍ਰਬੰਧ ਕੀਤਾ ਹੈਗਾ, ਉੱਥੇ ਤੁਹਾਡੇ ਬੈਠਣ ਦਾ ਇੰਤਜ਼ਾਮ ਕੀਤਾ ਹੈਗਾ।
ਰੈਂਪ ਹੈਗੇ ਨੇ ਜਿਹੜੇ ਸਾਡੇ ਭੈਣ ਭਰਾ ਥੋੜੀ ਬਹੁਤੀ ਜਿਨ੍ਹਾਂ ਨੂੰ ਫਿਜ਼ੀਕਲੀ ਚੈਲੰਜਡ ਹੈਗੇ ਨੇ, ਉਹਨਾਂ ਵਾਸਤੇ ਅਸੀਂ ਹਰ ਬੂਥ ਤੇ ਵੀਲ ਚੇਅਰ ਦਾ ਵੀ ਇੰਤਜ਼ਾਮ ਕੀਤਾ ਹੈ। ਇੱਥੋਂ ਤੱਕ ਕਿ ਅਸੀਂ ਕੁਝ ਵਲੰਟੀਅਰ ਟੀਮਸ ਬਣਾਈਆਂ ਨੇ, NCC ਵਾਲੀਆਂ ਨੇ, ਤੁਸੀਂ ਦੇਖੀਆਂ ਵੀ ਹੋਣਗੀਆਂ ਸ਼ਾਇਦ, ਤੁਹਾਡੀ ਨੌਲੇਜ ਹੁਣ ਤੁਸੀਂ, ਮੈਂ ਚਾਹੂੰਗੀ ਕਿ ਤੁਸੀਂ ਵੀਡੀਓਗ੍ਰਾਫੀ ਕਰੋ। ਉਹ ਘਰ ਘਰ ਜਾਣਗੇ ਜਿੱਥੇ ਜ਼ਿਆਦਾ ਦਿੱਕਤ ਹੈ, ਅਸੀਂ ਉਹਨਾਂ ਨੂੰ ਗੱਡੀ ਦੇ ਵਿੱਚ ਬਕਾਇਦਾ ਲੈ ਕੇ ਆਵਾਂਗੇ, ਜਿਹੜੇ ਕਿ ਸਾਨੂੰ ਲੱਗਦਾ ਕਿ ਬਿਲਕੁਲ ਹੀ ਨਹੀਂ ਆ ਪਾ ਰਹੇ ਹੈਗੇ, ਅਸੀਂ ਉਹਨਾਂ ਨੂੰ ਉੱਥੇ ਵੀ ਵੀਲ ਚੇਅਰ ਗੱਡੀ ਦੇ ਵਿੱਚ ਲਵਾਂਗੇ ਔਰ ਉਹਨਾਂ ਨੂੰ ਬੂਥ ਤੱਕ ਲੈ ਕੇ ਆਵਾਂਗੇ। ਇਸ ਵਾਰੀ ਅਸੀਂ ਇੱਕ ਹੋਰ ਚੇਂਜ ਕੀਤੀ ਹੈ ਕਿ ਕੋਵਿਡ ਦੀ ਵਜ੍ਹਾ ਦੇ ਨਾਲ, ਜਿਵੇਂ ਪਹਿਲਾਂ ਤਾਂ ਸੀਗਾ ਜੀ ਸਾਡੇ ਪੰਜਾਬ ਦੇ ਲੋਕ ਇੰਨਾ ਭਾਈਚਾਰਕ ਸਾਂਝ ਰੱਖਦੇ ਨੇ ਕਿ ਉਹ ਆਪਣੇ ਘਰਾਂ ਤੋਂ ਖਾਣਾ ਲੈ ਜਾਂਦੇ ਨੇ, ਸਿਰਫ ਕੋਵਿਡ ਦੀਆਂ ਹਦਾਇਤਾਂ ਦੇ ਮੱਦੇ ਨਜ਼ਰ ਅਸੀਂ ਉਹਨਾਂ ਨੂੰ ਹੁਣ ਪੋਲਿੰਗ ਪਾਰਟੀ ਲਈ ਜਿਹੜਾ ਹੈਗਾ ਆ ਮਿਡ ਡੇ ਮੀਲ ਜਿਹੜੀ ਹੈਗੀ ਆ ਉਹ ਤਿਆਰ ਕਰ ਰਹੇ ਹੈਗੇ, ਪੈਕੇਟ ਬੰਦ ਫੂਡ, ਉਹ ਵੀ ਵਿਦ ਪ੍ਰੀਕਾਸ਼ਨਸ ਲੈ ਕੇ, ਕੋਵਿਡ ਦੀਆਂ ਪ੍ਰੀਕਾਸ਼ਨਸ ਦੇ ਨਾਲ, ਠੀਕ ਹੈ। ਸਾਡੇ ਕੋਲ 2686 PWD ਵੋਟਰਸ ਨੇ, ਉਹ ਸਾਡਾ ਮੇਨ ਟਾਰਗੇਟ ਨੇ, ਸਾਡਾ ਇੱਕ ਬੂਥ ਵੀ ਹੈਗਾ PWD ਵਾਸਤੇ। ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਦੇਖਣ ਵਾਸਤੇ ਇਸ ਵਾਰੀ ਅਸੀਂ ਅਲੱਗ-ਅਲੱਗ ਜਿਹੜੇ ਲੋਕ ਨੇ, ਜਥੇਬੰਦੀਆਂ ਨੇ, ਉਹਨਾਂ ਨੂੰ ਇਨਵੋਲਵ ਕੀਤਾ ਹੋਇਆ, NSS ਨੂੰ ਇਨਵੋਲਵ ਕੀਤਾ ਹੈ, ਅਸੀਂ ਜਿਹੜੇ NCC ਦੇ ਕੈਡਟ ਨੂੰ ਯੂਜ਼ ਕੀਤਾ ਹੈ, ਕਈ ਸਾਡੇ ਇੱਥੇ NGO ਬੱਚੇ ਨੇ ਸਕੂਲਾਂ ਦੇ ਵਿੱਚ, ਉਹਨਾਂ ਨੂੰ ਵੀ ਇਨਵੋਲਵ ਕੀਤਾ ਹੈਗਾ ਸਾਡੀ ਹੈਲਪ ਕਰਨ ਵਾਸਤੇ। ਸੋ ਕੁੱਲ ਮਿਲਾ ਕੇ ਪ੍ਰਸ਼ਾਸਨ ਬਿਲਕੁਲ ਹੀ ਇਹ ਚਾਹੁੰਦਾ ਹੈਗਾ ਆ ਕਿ ਸਾਡੇ ਜਿਹੜੇ ਟੀਚੇ ਨੇ 100% ਵੋਟਿੰਗ ਨੇ ਉਹ ਪੂਰੇ ਹੋ ਜਾਣ। ਅਸੀਂ ਇੱਕ ਟੀਚਾ ਲੈ ਕੇ ਚੱਲ ਰਹੇ ਹਾਂ ਕਿ ਵੈਸੇ ਸਾਡਾ ਟੀਚਾ ਤਾਂ ਇਹ ਹੈਗਾ ਕਿ ਸਾਡੇ ਪੂਰੇ ਹੀ ਬੂਥਾਂ ਦੇ ਉੱਤੇ 829 ਬੂਥ ਦੇ ਉੱਤੇ 100% ਵੋਟਿੰਗ ਹੋਵੇ, ਪਰ ਇਹ ਕਿਉਂਕਿ ਇਸ ਕਰਕੇ ਨਹੀਂ ਪੋਸੀਬਲ ਹੁੰਦਾ ਕਿ ਕਈ ਲੋਕ ਸ਼ਹਿਰਾਂ ਤੋਂ ਬਾਹਰ ਗਏ ਹੋਏ ਨੇ ਕੰਮਾਂ 'ਤੇ, ਕੁਛ ਲੋਕਾਂ ਦੀਆਂ ਆਪਣੀਆਂ ਡਿਊਟੀਆਂ ਲੱਗੀਆਂ ਨੇ ਦੂਸਰੇ ਸ਼ਹਿਰਾਂ ਦੇ ਵਿੱਚ, ਔਰ ਕੁਛ ਲੋਕ ਆਊਟ ਆਫ ਇੰਡੀਆ ਨੇ। ਤੇ ਅਸੀਂ ਇੱਕ ਲਿਸਟ ਪ੍ਰਪੇਅਰ ਕੀਤੀ ਹੈ ਘਰ ਘਰ ਜਾ ਕੇ, ਜਿਹਦੇ ਵਿੱਚ ਅਸੀਂ ਐਬਸੈਂਟੀਜ਼ ਲਿਸਟ ਪ੍ਰੋਬੇਬਲ ਜਿਹੜੇ ਹੈਗੇ ਉਹ ਕੀਤੇ ਹੈਗੇ ਆ ਕਿ ਕਿਹੜੇ ਲੋਕ ਹੈਗੇ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਲਿਆਇਆ ਜਾ ਸਕਦਾ ਹੈ। ਹਰ ਬੂਥ ਵਾਈਜ਼ ਅਸੀਂ ਕੱਢੇ ਨੇ ਕਿ ਕਿੰਨੇ ਸਾਡੇ ਐਬਸੈਂਟੀ ਵੋਟਰ ਬਾਹਰ ਨੇ, ਕਿੰਨੇ ਪੰਜਾਬ ਤੋਂ ਬਾਹਰ ਨੇ, ਕਿੰਨੇ NRI ਨੇ। ਉਸ ਤੋਂ ਬਾਅਦ ਅਸੀਂ ਇਹ ਡਿਸਾਈਡ ਕੀਤਾ ਕਿ ਜਿੰਨੇ ਐਟਲੀਸਟ ਸਾਡੇ ਕੋਲ ਪੰਜਾਬ ਤੋਂ ਬਾਹਰ ਵੀ ਹੈਗੇ ਨੇ, ਅਡਜਾਇਨਿੰਗ ਜਿਵੇਂ ਕੋਈ ਗੰਗਾਨਗਰ ਹੈ ਜਾਂ ਚੰਡੀਗੜ੍ਹ ਹੈ ਜਾਂ ਕੋਈ ਵੀ, ਅਸੀਂ ਉਹਨਾਂ ਨੂੰ ਮੋਟੀਵੇਸ਼ਨ ਕਰਕੇ, ਅਸੀਂ ਮੈਂ ਫੋਨ ਕਰ ਰਹੀ ਹਾਂ ਰੋਜ਼, ਉਹਨਾਂ ਨੂੰ ਮੈਂ ਚਿੱਠੀ ਵੀ ਦਿੱਤੀ ਹੈਗੀ ਹੈ, ਘਰ ਘਰ ਜਾ ਕੇ ਉਹਨਾਂ ਨੂੰ ਚਿੱਠੀ ਪਹੁੰਚਾਈ ਹੈ ਕਿ ਪਲੀਜ਼ ਤੁਸੀਂ ਇੱਕ ਦਿਨ ਵਾਸਤੇ ਆਓ, ਅਸੀਂ ਸਾਡੀ ਇੰਨੇ ਦਿਨਾਂ ਤੋਂ ਤਿਆਰੀ ਕਰ ਰਹੇ ਹੈਗੇ ਆ, ਕਿ ਜੇ ਤੁਸੀਂ ਆਵੋਗੇ ਤਾਂ ਸਾਡੇ ਲਈ ਬਹੁਤ ਅੱਛਾ ਹੋਵੇਗਾ। ਚਿੱਠੀ ਵੀ ਕੀਤੀ ਹੈ, ਫੋਨ ਵੀ ਕੀਤੇ ਨੇ, ਮੇਰੀਆਂ ਟੀਮਾਂ ਲਗਾਤਾਰ ਉਹਨਾਂ ਨੂੰ ਫੋਨ ਕਰ ਰਹੀਆਂ ਨੇ। ਆਹ ਦੇਖੋ, ਅਸੀਂ ਉਹਨਾਂ ਨੂੰ ਜਾ ਕੇ ਫੋਨ ਕਰਕੇ ਉਹਨਾਂ ਨੂੰ ਚਿੱਠੀਆਂ ਮੈਂ ਆਪਣੇ ਹੱਥ ਨਾਲ ਲਿਖ ਕੇ ਪਈਆਂ ਨੇ, ਸੋ ਦੈਟ ਦੇ ਥਿੰਕ ਕਿ ਹਾਂ ਅਸੀਂ ਸੀਰੀਅਸ ਹਾਂ। ਆਹ ਦੇਖੋ, ਸਭ ਨੂੰ ਅਸੀਂ ਚਿੱਠੀ ਫੜਾ ਰਹੇ ਹਾਂ, ਠੀਕ ਹੈ। ਸੋ ਤੁਸੀਂ ਵੈਲ ਇਮੇਜਿਨ ਕਰ ਸਕਦੇ ਹੋ ਕਿ ਅਸੀਂ ਕਿੰਨਾ ਜ਼ਿਆਦਾ ਚਾਹੁੰਦੇ ਹਾਂ ਕਿ ਸਾਡੇ ਵੋਟਰ ਆ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ। ਵੂਮਨ ਪੋਲਿੰਗ ਸਟੇਸ਼ਨ ਸਾਡੇ 8 ਹੈਗੇ ਨੇ, ਠੀਕ ਹੈ। 8 ਦੇ 8 ਜਿਹੜੇ ਹੈਗੇ ਵੂਮਨ ਓਰੀਐਂਟਡ ਹੋਣਗੇ। ਵੂਮਨ ਦੇ ਉੱਤੇ ਅਸੀਂ ਮਹਿੰਦੀ ਦਾ ਪ੍ਰਬੰਧ ਕੀਤਾ ਕਿ ਕੁੜੀਆਂ ਮਹਿੰਦੀ ਲਗਾ ਸਕਣ, ਛੋਟੇ ਛੋਟੇ ਗਿਫਟ ਵੀ ਕੀਤੇ ਹੋਏ ਹੈ, ਰੰਗੋਲੀ ਵੀ ਹੈਗੇ। ਇੱਕ ਸਾਡਾ ਸ਼ੇਰਾ ਆਈਕਨ ਹੈਗਾ ਜਿਹੜਾ ਕਿ ਸ਼ਹਿਰ 'ਚ ਘੁੰਮ ਰਿਹਾ, ਤੁਸੀਂ ਸ਼ਾਇਦ ਦੇਖਿਆ ਹੋਊਗਾ। ਸੋ ਉਹ ਸਾਡੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਹੈਗਾ ਪੰਜਾਬ ਦਾ, ਉਹ ਲੋਕਾਂ ਨੂੰ ਜਾ ਕੇ ਰਿਕੁਐਸਟ ਕਰ ਰਿਹਾ ਹੈਗਾ। ਇਸ ਤੋਂ ਇਲਾਵਾ ਜਿਹੜੇ ਸਾਡੇ ਵੂਮਨ ਬੂਥ ਹੈਗੇ ਨੇ, ਅਸੀਂ ਕੁਝ ਜਿਹੜੇ ਸਾਡੀਆਂ ਬਹੁਤ ਮਸ਼ਹੂਰ ਲੇਡੀਜ਼ ਹੈਗੀਆਂ ਜਿਨ੍ਹਾਂ ਨੇ ਕੋਈ ਸ਼ਹਿਰ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕੁਝ ਪ੍ਰੋਮੀਨੈਂਟ ਕੰਮ ਕੀਤੇ ਨੇ, ਜਿਵੇਂ PV ਸਿੰਧੂ ਹੋਈ ਜਾਂ ਫਿਰ ਕਲਪਨਾ ਚਾਵਲਾ ਜਾਂ ਕੋਈ ਹੋਰ ਪ੍ਰੋਮੀਨੈਂਟ ਜਿਨ੍ਹਾਂ ਦਾ ਨਾਮ ਹੈ, ਜਿਨ੍ਹਾਂ ਨੇ ਹਰ ਤਰ੍ਹਾਂ ਦੀਆਂ ਅੜਚਨਾਂ ਨੂੰ ਪਾਰ ਕਰਕੇ ਆਪਣੇ ਟਾਰਗੇਟਸ ਨੂੰ ਪੂਰਾ ਕੀਤਾ, ਅਸੀਂ ਉਹਨਾਂ ਦੀ ਜੀਵਨੀ ਬਾਰੇ ਉੱਥੇ ਦੱਸ ਰਹੇ ਹਾਂ। ਇਸੇ ਤਰ੍ਹਾਂ ਸਾਡੇ PWD ਵੋਟਰਸ ਨੇ, ਉੱਥੇ ਵੀ ਅਸੀਂ ਡਿਸਕ੍ਰਾਈਬ ਕਰ ਰਹੇ ਹੈਗੇ, ਜਿਵੇਂ ਸਾਡੇ PWD ਬਹੁਤ ਸਾਰੇ ਵੋਟਰ ਹੈਗੇ ਨੇ, ਜਿਵੇਂ ਵੋਟਰ ਨਹੀਂ ਸੌਰੀ ਪਰਸਨੈਲਿਟੀਜ਼ ਨੇ ਜਿਨ੍ਹਾਂ ਨੇ ਆਪਣੀ ਇਨਐਬਿਲਿਟੀ ਹੁੰਦੇ ਹੋਏ ਵੀ ਬਹੁਤ ਕੁਝ ਅਚੀਵ ਕੀਤਾ, ਜਿਵੇਂ ਹੈਲਨ ਕੈਲਰ ਹੈ, ਠੀਕ ਹੈ। ਸਾਡੇ ਹੋਰ ਪਲੇਅਰ ਵੀ ਨੇ ਜਿਹੜੇ ਪੈਰਾ ਓਲੰਪਿਕਸ ਦੇ ਵਿੱਚ ਜਾਂਦੇ ਨੇ। ਸੋ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਦੇਖੋ, ਲੋਕ ਇੰਨੀਆਂ ਕਮੀਆਂ ਹੋਣ ਤੋਂ ਬਾਵਜੂਦ ਵੀ ਆਪਣੀ ਡਿਊਟੀ ਨਿਭਾਉਂਦੇ ਨੇ, ਕਿੱਥੇ ਕਿੱਥੇ ਪਹੁੰਚ ਜਾਂਦੇ ਨੇ। ਔਰ ਇੱਕ ਸਾਡਾ ਫਰਜ਼ ਇਹ ਹੈਗਾ ਕਿ ਅੱਜ ਵੋਟਾਂ ਪੈ ਰਹੀਆਂ ਨੇ ਔਰ ਤੁਹਾਡਾ ਜਿਹੜਾ ਮੈਕਸਿਮਮ ਬੂਥ ਜਿਹੜਾ ਹੁੰਦਾ ਵਿਦਿਨ 2 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਹੈਗਾ, ਠੀਕ ਹੈ। 2 ਕਿਲੋਮੀਟਰ ਦਾ ਹੀ ਹੈ ਸਾਡਾ ਸਾਰਾ ਹਿਸਾਬ ਕਿਤਾਬ। ਦੇਖੋ, ਇੰਨੀਆਂ ਤਿਆਰੀਆਂ ਤੋਂ ਬਾਅਦ ਜੇ ਤੁਸੀਂ ਨਹੀਂ ਆਉਂਦੇ ਆਪਣੀ ਜਗ੍ਹਾ ਦੇ ਉੱਤੇ ਤਾਂ ਦੈਟ ਇਜ਼ ਵੈਰੀ ਬੈਡ। ਸੋ ਅਸੀਂ ਤਾਂ ਇਹ ਕਹਾਂਗੇ ਕਿ ਦੇਖੋ ਜੀ, ਤੁਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ, ਕਿਉਂਕਿ ਤੁਹਾਡੇ ਲਈ ਸਾਰਾ ਕੁਝ ਰੈਡੀ ਸੀ, ਤੁਸੀਂ ਸਿਰਫ ਆ ਕੇ ਆਪਣਾ ਇੱਕ ਬਟਨ ਦਬਾਉਣਾ ਸੀ। ਇਸ ਕਰਕੇ ਅਸੀਂ ਮੋਟੀਵੇਸ਼ਨ ਕਰ ਰਹੇ ਹਾਂ ਕਿ ਵਿਦਿਨ 2 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਆ ਕੇ ਵੀ ਜੇ ਤੁਸੀਂ ਨਹੀਂ ਕਰੋਗੇ,
ਸਾਡੇ ਵਲੰਟੀਅਰਸ ਵੀ ਨਹੀਂ, ਅਸੀਂ ਤੁਹਾਨੂੰ ਹੈਲਪ ਵੀ ਕਰਾਂਗੇ ਹਰ ਜਗ੍ਹਾ ਦੇ ਉੱਤੇ। ਸੋ ਸਾਡਾ ਟੀਚਾ ਇਹ ਹੈ ਕਿ ਜਿਹੜੇ ਲੋਕ ਉਸ ਦਿਨ ਅਵੇਲੇਬਲ ਹੈਗੇ ਨੇ, ਪਲੀਜ਼ ਤੇ ਪਲੀਜ਼ ਤੁਹਾਨੂੰ ਬਹੁਤ ਜ਼ਿਆਦਾ ਬੇਨਤੀ ਹੈ, ਆਵੋ, ਆਪਣਾ ਕੰਮ ਕਰੋ, ਆਪਣੀ ਵੋਟ ਪਾਵੋ। ਸਾਡਾ ਸਟਾਫ ਦਿਨ ਰਾਤ ਪਿਛਲੇ 8 ਮਹੀਨਿਆਂ ਤੋਂ ਅਸੀਂ ਪਹਿਲਾਂ ਵੋਟਰ ਸੂਚੀ, ਮੈਂ ਤੁਹਾਨੂੰ ਪਹਿਲਾਂ ਵੀ ਪਿਛਲੀ VC ਦੇ ਵਿੱਚ ਕੀਤਾ ਸੀਗਾ, ਅਸੀਂ ਬਹੁਤ ਜ਼ਿਆਦਾ ਕਰ ਰਹੇ ਹੈਗੇ। ਤੇ ਜੇ ਸਾਡਾ ਟੀਚਾ ਨਹੀਂ ਪੂਰਾ ਹੁੰਦਾ ਤੇ ਸਾਡਾ ਦਿਲ ਟੁੱਟ ਜਾਂਦਾ ਹੈ, ਤੇ ਸਾਨੂੰ ਉੱਪਰੋਂ ਵੀ ਇਹ ਪੁੱਛਿਆ ਜਾਂਦਾ ਕਿ ਤੁਸੀਂ ਕੀ ਕੀਤਾ, ਤੁਹਾਡੀ ਅਚੀਵਮੈਂਟ ਇੰਨੀ ਪੂਅਰ ਕਿਉਂ ਹੈਗੀ ਹੈ। ਸੋ ਸਾਡੇ ਜਿਹੜੇ ਪੰਜਾਬ ਦੇ CEO ਸਾਹਿਬ ਹੈਗੇ ਨੇ, ਉਹਨਾਂ ਦਾ ਮੈਨੂੰ ਕੀ ਸਾਰੇ ਹੀ ਇਹ ਉਹਨਾਂ ਦਾ ਆਫਿਸਰਸ ਨੂੰ, DCs ਨੂੰ ਰਾਤ ਦੇ 2-2 3-3 ਵਜੇ ਤੱਕ ਹਰ ਚੀਜ਼ ਵਾਸਤੇ ਫੋਨ ਆਉਂਦਾ ਹੈ ਕਿ क्या कर रहे हो, ये क्यों रह गया, वो क्यों रह गया। तो ऑल आर वेरी वेल कंसर्नड। ਅਸੀਂ ਕਿਸੇ ਨੂੰ ਇਹ ਨਹੀਂ ਕਹਿ ਰਹੇ ਕਿ ਕਿਹਨੂੰ ਵੋਟ ਪਾਓ, ਤੁਸੀਂ ਆਪਣੀ ਚੁਆਇਸ ਦੇ ਬੰਦਿਆਂ ਨੂੰ ਵੋਟ ਪਾਵੋ, ਪਰ ਜ਼ਰੂਰ ਪਾਵੋ, ਠੀਕ ਹੈ। ਅਸੀਂ ਤੁਹਾਨੂੰ ਇਹ ਵੀ ਯਕੀਨ ਦਿਵਾਉਂਦੇ ਹਾਂ ਕਿ ਜਦੋਂ ਤੁਸੀਂ ਉੱਥੇ ਬੂਥ ਤੇ ਵੋਟ ਪਾਉਣ ਆਵੋਗੇ ਤਾਂ ਸਾਡਾ ਸਾਰਾ ਸਟਾਫ ਜਿਹੜਾ ਹੈਗਾ ਡਬਲ ਅਸ਼ੋਰਡ ਹੈਗਾ ਕਿ ਉਹ ਕੋਵਿਡ ਵੈਕਸੀਨੇਟਡ ਹੈਗਾ, ਬੂਸਟਰ ਡੋਜ਼ ਵੀ ਲਗਾਈ ਹੈ ਅਸੀਂ ਉਹਨਾਂ ਨੂੰ, ਠੀਕ ਹੈ। ਤੁਸੀਂ ਸੋਚੋ, ਮੈਂ ਤਾਂ ਪਬਲਿਕ ਨੂੰ ਜਾ ਕੇ ਹਰ ਇੱਕ ਨੂੰ ਫੜ ਕੇ ਡੋਜ਼ ਲਗਾਈ ਹੈ, ਤੇ ਮੈਂ ਆਪਣੇ ਬੰਦਿਆਂ ਨੂੰ ਤਾਂ ਬਿਲਕੁਲ ਹੀ ਕੋਵਿਡ ਪੋਜ਼ਿਟਿਵ ਨਾ ਹੋਵੇ ਕੋਈ ਵੀ। ਅਸੀਂ ਤੁਹਾਨੂੰ ਉੱਥੇ ਸੈਨੀਟਾਈਜ਼ਰ ਦੇਵਾਂਗੇ, ਅਸੀਂ ਤੁਹਾਨੂੰ ਉੱਥੇ ਮਾਸਕ ਦੇਵਾਂਗੇ ਜੇ ਕੋਈ ਭੁੱਲ ਜਾਂਦਾ ਹੈਗਾ ਆ। ਸੋ ਅਸੀਂ ਤੁਹਾਡੇ ਲਈ ਕਈ ਬੂਥਾਂ ਦੇ ਉੱਤੇ ਸਰਪ੍ਰਾਈਜ਼ ਗਿਫਟ ਵੀ ਦੇਵਾਂਗੇ, ਠੀਕ ਹੈ। ਤੇ ਅਸੀਂ ਤੁਹਾਡੇ ਲਈ ਸਾਰੇ ਇੰਤਜ਼ਾਮ ਕੀਤੇ ਹੈ। ਸਾਡੇ ਸਾਰੇ ਹੀ ਬੂਥਾਂ ਦੇ ਉੱਤੇ ਵੈਬਕਾਸਟਿੰਗ ਹੋ ਰਹੀ ਹੈ। ਵੈਬਕਾਸਟਿੰਗ ਮੀਨਸ ਕਿ ਸਾਡਾ ਕੰਟਰੋਲ ਰੂਮ ਬਣਿਆ ਹੋਇਆ, ਉੱਥੇ ਬੈਠ ਕੇ ਅਸੀਂ ਇੱਕ ਬੂਥ ਦੀ ਇਹ ਦੇਖ ਸਕਦੇ ਹੈਗੇ ਕਿ ਕਿੱਥੇ ਕੀ ਚੱਲ ਰਿਹਾ, ਲਾਈਨ ਟੁੱਟੀ ਤਾਂ ਨਹੀਂ ਹੈਗੀ। ਵੈਬਕਾਸਟਿੰਗ ਦਾ ਮਤਲਬ ਇਹ ਹੈਗਾ ਕਿ ਸਾਡਾ ਕੰਟਰੋਲ ਰੂਮ ਬਣਿਆ ਹੈ, ਅਸੀਂ ਸਾਰੇ ਉੱਥੇ ਬੈਠ ਕੇ ਵਾਚ ਕਰਾਂਗੇ। ਸਾਡੇ CEO ਸਾਹਿਬ ਵੀ ਉੱਪਰੋਂ ਵਾਚ ਕਰ ਰਹੇ ਹੈਗੇ ਕਿ ਹਰ ਬੂਥ ਤੇ ਕੀ ਹੋ ਰਿਹਾ। ਨੋ ਸਿਕਿਉਰਿਟੀ ਲੈਪਸਿਸ, ਠੀਕ ਹੈ, ਸਾਰੇ ਬੂਥਾਂ ਤੇ ਕੈਮਰੇ ਲੱਗ ਚੁੱਕੇ ਨੇ। ਸੋ ਗ੍ਰੀਵੈਂਸਿਸ ਜਦੋਂ ਹੀ ਸਾਡੇ ਕੋਲ ਕੋਈ ਆਉਂਦੀ ਹੈ 109 ਦੇ 1950 ਦੇ ਉੱਤੇ ਆਉਂਦੀ ਹੈ, ਸਾਡੀ C ਵਿਜਲ ਦੇ ਉੱਤੇ ਆਉਂਦੀ ਹੈ, ਸਾਡੇ ਜਿਹੜੇ ਆਬਜ਼ਰਵਰਸ ਨੇ ਫੀਲਡ ਦੇ ਵਿੱਚ ਘੁੰਮ ਰਹੇ ਉਹਨਾਂ ਦੇ ਕੋਲ ਜਦੋਂ ਵੀ ਆਉਂਦੀ ਹੈ, ਸਾਡਾ ਟੀਚਾ ਹੈ, ਸਾਡੇ ਕੋਲ ਟਾਈਮ ਹੈ ਹੀ ਨਹੀਂ, ਸਾਨੂੰ ਦਿੱਤਾ ਹੀ ਨਹੀਂ ਕਮਿਸ਼ਨ ਨੇ ਕਿ ਤੁਹਾਡੇ ਕੋਲ ਕੋਈ ਟਾਈਮ ਹੈਗਾ ਕਿ ਅਸੀਂ ਲਟਕਾ ਸਕੀਏ। ਸਾਨੂੰ ਵਿਦਿਨ ਟਾਈਮ ਫਰੇਮ ਸੌਟ ਆਊਟ ਕਰਨੀ ਪੈਂਦੀ ਹੈ। ਹਾਂ, ਕਈ ਲੋਕ ਸਾਨੂੰ ਇਹ ਵੀ ਕੰਪਲੇਂਟਸ ਕਰਦੇ ਨੇ ਕਿ ਮੇਰਾ ਕਬਜ਼ਾ ਹੋ ਜ਼ਮੀਨ ਦਾ ਹੋ ਗਿਆ। ਇਲੈਕਸ਼ਨ ਨਾਲ ਰਿਲੇਟਿਡ ਜੋ ਵੀ ਕੰਪਲੇਂਟ ਹੈ ਅਸੀਂ ਟਾਈਮ ਬਾਉਂਡ ਤਰੀਕੇ ਦੇ ਨਾਲ ਖਤਮ ਕਰ ਰਹੇ ਹਾਂ। ਸੋ ਹੁਣ ਇਲੈਕਸ਼ਨ ਤੁਹਾਨੂੰ ਪਤਾ ਹੈ 18 ਤਰੀਕ ਤੋਂ ਬਾਅਦ ਡਰਾਈ ਡੇ ਸ਼ੁਰੂ ਹੋ ਚੁੱਕਾ ਹੈ, ਤੁਹਾਨੂੰ ਸਭ ਨੂੰ ਪਤਾ ਹੈ। I can understand ਕਿ ਚਲੋ ਡਰਾਈ ਡੇ ਹੋ ਚੁੱਕਾ ਹੈ ਤੇ ਸ਼ਰਾਬ ਦੀ ਜਿਹੜੀ ਹੈਗੀ ਆ ਉਹ ਮਨਾ ਹੈਗੀ ਹੈ, ਸ਼ਰਾਬ ਪੀਣਾ ਵੀ ਮਨਾ ਹੈ। ਐਂਡ ਰੂਲਸ ਨੂੰ ਪ੍ਰੋਪਰਲੀ ਸਾਡੀਆਂ ਟੀਮਾਂ ਘੁੰਮ ਫਿਰ ਰਹੀਆਂ ਨੇ। ਜੇ ਤੁਹਾਡੀ ਨੌਲੇਜ ਵੀ ਕੋਈ ਆਉਂਦਾ ਹੈ, ਜਿਵੇਂ ਅੱਜ ਕੱਲ੍ਹ ਇਲੀਗਲ ਤਰੀਕੇ ਨੇ ਕਿ ਕੋਈ ਸਲਿੱਪ ਦੇ ਦਿੰਦਾ ਹੈ ਜਾਂ ਕੋਈ ਵੀ 25 ਸਿਸਟਮ, ਜੋ ਵੀ ਇਲੀਗਲ ਤਰੀਕੇ ਨੇ ਸਾਨੂੰ ਸਭ ਆਲਰੇਡੀ ਸਾਨੂੰ ਪਤਾ ਹੈਗੇ ਨੇ, ਅਸੀਂ ਆਲਰੇਡੀ ਚੈਕਿੰਗ ਦੇ। ਜੇ ਕੋਈ ਫੜਿਆ ਗਿਆ, ਜੇ ਇਲੈਕਸ਼ਨ ਕਮਿਸ਼ਨ ਦੇ ਵਿੱਚ ਪਰਚਾ ਦਰਜ ਹੋ ਗਿਆ, ਮੈਂ ਤੁਹਾਨੂੰ ਇੱਕ ਵਾਰੀ ਇਹ ਕਲੀਅਰ ਕਰਦਾ ਕਿ 2 ਤਰ੍ਹਾਂ ਦੇ ਪਰਚੇ ਹੁੰਦੇ ਨੇ। ਇੱਕ ਤੇ ਹੁੰਦਾ ਹੈ ਕਿ ਚਲੋ ਨਾਰਮਲੀ ਪੁਲਿਸ ਵਾਲਿਆਂ ਨੇ ਦਰਜ ਕੀਤਾ, ਜਿਹੜਾ ਇਲੈਕਸ਼ਨ ਦੇ ਟਾਈਮ ਦੇ ਉੱਤੇ ਅਸੀਂ ਪਰਚਾ ਦਰਜ ਕਰਾਂਗੇ ਜਾਂ ਜੋ ਵੀ ਹੋਊਗਾ ਉਹਦਾ ਨਿਪਟਾਰਾ ਥੋੜਾ ਔਖਾ ਹੁੰਦਾ। ਸੋ ਬੀ ਅਵੇਅਰ। ਪਬਲਿਕ ਨੂੰ ਸਾਡੀ ਰਿਕੁਐਸਟ ਹੈ ਕਿ ਇਹ ਤੁਹਾਡਾ ਹੀ ਦੇਸ਼ ਹੈ, ਤੁਹਾਡਾ ਪੰਜਾਬ ਹੈ, ਆਪਣੇ ਪੰਜਾਬ ਨੂੰ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਉੱਪਰ ਧੱਬਾ ਨਹੀਂ ਲੱਗਣ ਦੇਣਾ। ਫਾਜ਼ਿਲਕਾ ਦੇ ਉੱਤੇ, ਫਾਜ਼ਿਲਕਾ ਸ਼ਹਿਰ ਬੜਾ ਪੀਸਫੁਲ ਹੈਗਾ ਆ, ਹੁਣ ਤੱਕ ਦਾ ਮੇਰਾ ਵੀ ਐਕਸਪੀਰੀਅੰਸ ਹੈ, ਸਭ ਨੇ ਮੇਰਾ ਸਾਥ ਦਿੱਤਾ ਹੈ। ਇਨ ਫੈਕਟ ਪ੍ਰਾਈਮ ਮਿਨਿਸਟਰ ਸਾਹਿਬ ਦੀ ਰੈਲੀ ਦੇ ਵਿੱਚ ਮੈਂ ਕਿਸਾਨ ਜਥੇਬੰਦੀਆਂ ਨੂੰ ਬੁਲਾ ਕੇ ਰਿਕੁਐਸਟ ਕੀਤੀ ਸੀ ਕਿ ਪਲੀਜ਼ ਸਾਡੀ ਰੈਲੀ ਨੂੰ ਠੀਕ ਤਰ੍ਹਾਂ ਨਿਕਲਣ ਦਿਓ। ਤੇ ਆਈ ਐਮ ਵੈਰੀ ਹੈਪੀ ਕਿ 1-2 ਗਰੁੱਪਸ ਤੋਂ ਇਲਾਵਾ ਬਾਕੀ ਸਭ ਨੇ 99% ਨੇ ਸਾਡਾ ਕਹਿਣਾ ਨਹੀਂ ਮੋੜਿਆ। ਸੋ ਹੁਣ ਵੀ ਤੁਸੀਂ ਸਾਡਾ ਕਹਿਣਾ ਨਹੀਂ ਮੋੜੋਗੇ, ਆਪਣਾ ਇੰਜੋਏ ਕਰੋ। ਇਲੈਕਸ਼ਨ ਇੱਕ ਮੇਲਾ ਹੈ, ਠੀਕ ਹੈ, ਤੁਸੀਂ ਆਪਣੇ ਅਧਿਕਾਰ ਨੂੰ ਇੰਜੋਏ ਕਰੋ, ਐਕਟੀਵਿਟੀਜ਼ ਨੂੰ ਇੰਜੋਏ ਕਰੋ। ਸ਼ਰਾਬ ਵਗੈਰਾ ਤਾਂ ਕਦੇ ਵੀ ਪੀਤੀ ਜਾ ਸਕਦੀ ਹੈ ਆਫਟਰ ਦੈਟ। ਸੋ ਤੁਸੀਂ ਐਕਟੀਵਿਟੀਜ਼ ਨੂੰ ਇੰਜੋਏ ਕਰੋ, ਆਪਣੇ ਅਧਿਕਾਰ ਨੂੰ ਲੈ ਕੇ ਸੁਚੇਤ ਰਹੋ, ਠੀਕ ਹੈ। ਤੁਸੀਂ ਦੇਖੋ ਕਿ ਕਿੰਨੀਆਂ ਤਿਆਰੀਆਂ ਹੋ ਰਹੀਆਂ ਨੇ, ਇਹਦੇ ਵਿੱਚ ਇੰਟਰਸਟ ਲਵੋ ਤਾਂ ਕਿ ਤੁਹਾਨੂੰ ਇਹ ਪਤਾ ਰਹੇ ਕਿ ਇਲੈਕਸ਼ਨ ਨੂੰ ਕਰਾਉਣ ਵਾਸਤੇ ਕਿੰਨੀ ਜ਼ਿਆਦਾ ਮਿਹਨਤ ਲੱਗ ਰਹੀ ਹੈ। ਜਿਹੜੀਆਂ CPF ਆਈਆਂ ਨੇ ਉਹ ਬਹੁਤ ਦੂਰ ਤੋਂ ਆਈਆਂ ਨੇ, ਠੀਕ ਹੈ। ਉਹਨਾਂ ਨੇ ਆਪਣਾ ਘਰ ਛੱਡਿਆ ਔਰ ਬਹੁਤ ਦਿਨਾਂ ਤੋਂ ਉਹਨਾਂ ਦੇ ਜਿਹੜੇ ਅਰੇਂਜਮੈਂਟਸ ਵੀ ਕੋਈ ਹੈਗੇ ਆ, ਕੋਈ ਅਸੀਂ ਉਹਨਾਂ ਨੂੰ ਜਿੱਥੇ ਵੀ ਐਡਜਸਟ ਕਰ ਸਕਦੇ ਉੱਥੇ ਐਡਜਸਟ ਕੀਤਾ। ਐਂਡ ਦੇ ਆਰ ਹੈਪੀਲੀ, ਬਹੁਤ ਹੀ ਤਰੀਕੇ ਦੇ ਨਾਲ ਉਹ ਰਹਿ ਰਹੇ ਨੇ, ਆਪਣਾ ਕੰਮ ਕਰ ਰਹੇ ਨੇ, ਸਾਰੇ ਤੁਹਾਡੇ ਵਾਸਤੇ ਨੇ। ਬਾਕੀ ਤੁਹਾਨੂੰ ਸਭ ਕੁਝ ਪਤਾ ਹੈ, 5 ਤੋਂ ਵੱਧ ਵਿਅਕਤੀ ਇਕੱਠੇ ਹੋਣ ਤੇ ਰੋਕ ਹੈ, ਠੀਕ ਹੈ ਜੀ। ਘਰ ਜਾ ਕੇ ਚੋਣ ਪ੍ਰਚਾਰ ਜ਼ਰੂਰ ਕਰ ਸਕਦੇ ਨੇ। 18 ਫਰਵਰੀ 6 ਵਜੇ ਤੋਂ 20 ਫਰਵਰੀ ਤੱਕ ਡਰਾਈ ਡੇ ਹੈਗਾ ਆ।
ਹਲਕੇ ਤੇ ਬਾਹਰ ਦੇ ਲੋਕਾਂ ਨੂੰ ਹਲਕਾ ਛੱਡਣ ਸੰਬੰਧੀ ਹਦਾਇਤਾਂ ਸੰਬੰਧੀ ਆਰਡਰ ਹੋ ਚੁੱਕਿਆ ਹੈ ਕਿ ਜਿਹੜੇ ਵੀ ਕੋਈ ਬਾਹਰਲੇ ਹੈਗੇ ਨੇ ਉਹ ਇਸ ਜ਼ਿਲ੍ਹੇ ਦੇ ਵਿੱਚ ਨਹੀਂ ਰਹਿਣਗੇ ਸ਼ਰਾਰਤੀ ਅਨਸਰ। ਪੋਲਿੰਗ ਬੂਥ ਤੇ 100 ਮੀਟਰ ਦੇ ਘੇਰੇ ਵਿੱਚ ਕਿਸੇ ਵੱਲੋਂ ਵੀ ਪ੍ਰਚਾਰ ਨਾਲ ਸੰਬੰਧਿਤ ਪੋਸਟਰ ਬੈਨਰ ਲਗਾਉਣ, ਸ਼ੋਰ ਮਚਾਉਣ, ਹੁੱਲੜਬਾਜ਼ੀ ਕਰਨ ਤੇ ਰੋਕ ਹੈ। ਪੋਲਿੰਗ ਬੂਥ ਦੇ 200 ਮੀਟਰ ਦੇ ਘੇਰੇ ਅੰਦਰ ਕੋਈ ਵੀ ਪ੍ਰਾਈਵੇਟ ਵਹੀਕਲ ਲਿਜਾਣ ਅਤੇ ਪੋਲਿੰਗ ਬੂਥ ਟੈਂਟ ਲਗਾਉਣ ਦੀ ਮਨਾਹੀ ਹੈ। ਰੂਲਾਂ ਦੇ ਮੁਤਾਬਿਕ ਅਸੀਂ ਉਹਨਾਂ ਨੂੰ ਏਅਰ ਮਾਰਕ ਸਪੈਸੀਫਿਕ ਜਗ੍ਹਾ ਦੱਸਦੇ ਹਾਂ ਕਿ ਉੱਥੇ ਸਾਰਿਆਂ ਨੇ ਰਹਿਣਾ ਹੈਗਾ। ਅਸੀਂ ਹੁਣ ਲੋਕਾਂ ਨੂੰ ਇਹ ਵੀ ਅਪੀਲ ਕਰਦੇ ਹਾਂ ਕਿ ਦੇਖੋ ਜੀ, ਅੱਜ ਤਾਂ ਹੁਣ ਲਾਸਟ ਦਿਨ ਹੋ ਗਿਆ, ਹੁਣ ਤੇ ਸਾਡੀਆਂ ਪਾਰਟੀਆਂ ਤੁਰ ਗਈਆਂ ਨੇ ਆਪਣੀ ਆਪਣੀ ਜਗ੍ਹਾ ਤੇ। ਬਹੁਤ ਸਾਰੇ ਲੋਕ ਹੁਣ ਵੀ ਸਾਨੂੰ ਡਿਊਟੀ ਕੱਟਣ ਵਾਸਤੇ ਰਿਕੁਐਸਟ ਕਰ ਰਹੇ ਨੇ। ਹੁਣ ਦਿਸ ਇਜ਼ ਵੈਰੀ ਕ੍ਰੂਸ਼ੀਅਲ ਟਾਈਮ, ਅਸੀਂ ਆਪਣੀ ਪਾਰਟੀ ਖਰਾਬ ਨਹੀਂ ਕਰ ਸਕਦੇ ਕਿਉਂਕਿ ਸਾਡੀ ਪਲੇਸਮੈਂਟ ਹੋ ਚੁੱਕੀ ਹੈ। ਤੇ ਉਹਦੇ ਵਾਸਤੇ ਵੀ ਤੁਹਾਨੂੰ ਰਿਕੁਐਸਟ ਹੈ ਕਿ ਆਪਣੀ ਡਿਊਟੀ ਆਪਣਾ ਫਰਜ਼ ਸਮਝ ਕੇ ਕਰੋ ਪੂਰੀ। ਮੈंने ਜ਼ਿਆਦਾਤਰ ਸੀਗੀਆਂ ਕਿ ਉਹਨੇ ਪੋਸਟਰ ਲਗਾ ਦਿੱਤਾ, ਜਾਂ ਕਈ ਲੋਕਾਂ ਨੇ ਮੈਂ ਦੱਸਿਆ ਕਿ ਬਿਨਾਂ ਇਲੈਕਸ਼ਨ ਤੋਂ ਕੀਤੀਆਂ ਹੋਈਆਂ ਨੇ ਕਿ ਉਹ ਬੰਦਾ ਜਿਹੜਾ ਸੀਗਾ ਉਸ ਵੇਲੇ ਉਹਨੇ ਮੇਰੀ ਬੈਂਕ ਦੇ ਉੱਤੇ ਕਬਜ਼ਾ ਕੀਤਾ ਜਾਂ ਮੇਰੀ ਲੈਂਡ ਦੇ ਉੱਤੇ ਕਬਜ਼ਾ ਕੀਤਾ ਹੋਇਆ ਆ। ਇਸ ਤਰ੍ਹਾਂ ਦੀਆਂ ਹੈਗੀਆਂ ਜਿਹੜੀਆਂ ਇੱਦਾਂ ਦੀਆਂ ਕੰਪਲੇਂਟਸ ਨੇ, ਅਸੀਂ ਉਹਨਾਂ ਨੂੰ ਰਿਜੈਕਟ ਕਰ ਦਿੰਦੇ ਹਾਂ, ਉਹਨਾਂ ਨੂੰ ਫਾਈਲ ਕਰ ਦਿੰਦੇ ਹਾਂ ਕਿਉਂਕਿ ਇਲੈਕਸ਼ਨ ਦੇ ਨਾਲ ਸੰਬੰਧਿਤ ਕੰਪਲੇਂਟ ਨੂੰ ਹੀ ਅਸੀਂ ਕਰਦੇ ਹੈਗੇ। ਸਾਡੇ ਕੋਲ 530 ਕੰਪਲੇਂਟਸ ਨੂੰ ਅਸੀਂ ਡਿਸਪੋਜ਼ ਕਰ ਦਿੱਤਾ ਹੈਗਾ, ਠੀਕ ਹੈ। ਜਿੰਨੀਆਂ ਵੀ ਸਾਡੇ ਕੋਲ ਆ ਰਹੀਆਂ ਨੇ, ਹੁਣ ਸਾਡੇ ਕੋਲ ਸਿਰਫ 2 ਪੈਂਡਿੰਗ ਹੈਗੀਆਂ। ਸਾਡਾ ਇੰਟਰਨੈਸ਼ਨਲ ਬਾਰਡਰ ਹੈਗਾ, ਸਾਡੇ 23 ਸਪੈਸੀਫਿਕ ਪੁਆਇੰਟਸ ਹੈਗੇ ਨੇ ਜਿੱਥੇ ਅਸੀਂ ਕੈਮਰੇ ਲਗਾਏ ਆ, ਠੀਕ ਹੈ। ਇੰਟਰ ਸਟੇਟ ਨਾਕਾ ਕਰਕੇ ਜਿਹੜਾ ਪਾਕਿਸਤਾਨ ਵਾਲਾ ਬਾਰਡਰ ਹੈਗਾ ਆ, ਉਹਨੂੰ ਤੇ BSF ਆਲਰੇਡੀ ਮੈਨ ਕਰ ਰਹੀ ਹੈ, ਪਰ ਅਸੀਂ ਉੱਥੇ ਇਹ ਆਰਡਰ ਕੱਢੇ ਹੋਏ ਹੈ ਕਿ ਕੋਈ ਵੀ ਬੰਦਾ ਜਿਹੜਾ ਉੱਥੇ ਕੈਮਰੇ ਲਗਾਏ ਹੋਏ ਜਿਹਨਾਂ ਲੋਕਾਂ ਨੇ, ਉਹ ਜਿਹੜਾ ਹੈਗਾ ਆ ਉਸ ਏਰੀਆ ਦੀ ਕੋਈ ਫਿਲਮਿੰਗ ਨਹੀਂ ਕਰੂਗਾ। ਇਹ ਅਸੀਂ ਆਰਡਰ ਸਪੈਸੀਫਿਕ ਕੀਤੇ ਹੋਏ। ਇਸ ਤੋਂ ਇਲਾਵਾ ਜਿਹੜੀ ਹੈਗੀ ਉਸ ਏਰੀਏ ਦੇ ਵਿੱਚ ਡਰੋਨ ਐਕਟੀਵਿਟੀ ਨੂੰ ਅਸੀਂ ਨੋ ਫਲਾਈ ਜ਼ੋਨ ਕੀਤਾ ਹੋਇਆ ਹੈ। ਜਿਹੜੇ ਸਾਡੇ 23 ਸਪੈਸੀਫਿਕ ਨਾਕੇ ਰਾਜਸਥਾਨ ਦੇ ਨਾਲ ਲੱਗਦੇ, ਉੱਥੇ ਸਾਡੀਆਂ ਪੈਟਰੋਲਿੰਗ ਚੱਲ ਰਹੀ ਹੈਗੀ ਹੈ, ਉੱਥੇ ਅਸੀਂ ਸਪੈਸੀਫਿਕ ਕੈਮਰੇ ਲਗਾਏ ਹੈਗੇ ਨੇ 23 ਜਿਹੜੇ ਕਿ ਹਾਈ ਰੈਜ਼ੋਲੂਸ਼ਨ ਦੇ ਹੈਗੇ ਨੇ, ਤਾਂ ਕਿ ਅਸੀਂ ਉਹਨੂੰ ਪ੍ਰੋਪਰਲੀ ਵਾਚ ਕਰ ਸਕੀਏ। ਇਹ ਚਾਰੋਂ ਹਲਕੇ ਹੈਗੇ ਨੇ ਜਿਹੜੇ ਵੀ ਸਾਡੇ ਹੈਗੇ ਨੇ। ਸਾਡੇ ਕੋਲ ਕਿਸੇ ਵੀ ਜਗ੍ਹਾ ਦੇ ਉੱਤੇ ਇੰਨੇ ਕੈਂਡੀਡੇਟਸ ਨਹੀਂ ਹੈਗੇ ਕਿ ਸਾਨੂੰ ਦੂਸਰੀ ਲਗਾਉਣੀ ਪਵੇ ਜਿਹੜਾ ਹੁੰਦਾ ਬੈਲਟ ਪੇਪਰ ਵਾਸਤੇ ਯੂਨਿਟ। ਸਾਡੇ ਵਿਦਿਨ 10 ਨੇ 58 ਹੈ ਨਾ ਆਪਣੇ ਕੋਲ ਟੋਟਲ 58 ਕੈਂਡੀਡੇਟਸ ਨੇ ਪੂਰੇ ਹੋਏ। ਸੋ ਕਈ ਵਾਰੀ ਡਾਕੂਮੈਂਟਸ ਬਾਰੇ ਕਨਫਿਊਜ਼ਨ ਹੋ ਜਾਂਦਾ ਕਿ ਕਿਹੜੇ ਡਾਕੂਮੈਂਟਸ ਅਸੀਂ ਲੈ ਕੇ ਜਾ ਸਕਦੇ। ਆਲਰੇਡੀ ਅਸੀਂ ਨਾ ਕੋਵਿਡ ਨਹੀਂ, ਜਿਹੜੀਆਂ ਵੋਟਰ ਗਾਈਡਸ ਅਸੀਂ ਆਲਰੇਡੀ ਸਭ ਨੂੰ ਡਿਸਟ੍ਰੀਬਿਊਟ ਕੀਤੀਆਂ। ਉਸ ਵੋਟਰ ਗਾਈਡ ਦੇ ਵਿੱਚ ਆਲਰੇਡੀ ਲਿਖਿਆ ਹੋਇਆ ਹੈ ਕਿ ਤੁਹਾਡਾ ਕਿੱਥੇ ਹੈਗਾ ਆ ਪੋਲਿੰਗ ਬੂਥ, ਕਿੰਨੇ ਨੰਬਰ ਤੇ ਤੁਹਾਡੀ ਵੋਟ ਬਣੀ ਹੋਈ ਹੈ, ਕਿੱਥੇ ਤੁਸੀਂ ਜਾਣਾ ਹੈ। ਤਾਂ ਉਹ ਸਾਰਾ ਤੁਹਾਡੇ ਕੋਲ ਰੈਡੀ ਹੈਗਾ। ਤੁਸੀਂ ਚੱਲ ਸਕਦੇ ਹੋ ਪਾਸਪੋਰਟ, ਪਾਸਬੁੱਕ, ਉਸ ਤੋਂ ਬਾਅਦ ਸਮਾਰਟ ਤੁਹਾਡਾ ਜਿਹੜਾ ਹੈਗਾ ਸਮਾਰਟ ਕਾਰਡ, ਆਧਾਰ ਕਾਰਡ, ਪੈਨਸ਼ਨ ਡਾਕੂਮੈਂਟ, मनरेगा जॉब कार्ड, सर्विस आईडीज, हेल्थ, QDID, ड्राइविंग लाइसेंस, ऑफिशियल आई कार्ड ਤੇ ਪੈਨ ਕਾਰਡ। ਇਹ ਤੁਹਾਨੂੰ ਅਲਾਉਡ ਹੈ। 28-2900 ਬੰਦਾ ਇਹ ਸਾਡਾ ਲੱਗਿਆ ਹੋਇਆ। ਤੇ ਜਿਹੜੀ ਪੁਲਿਸ ਦੀ ਕੰਪਨੀ ਹੈ, ਪੁਲਿਸ ਦੀ ਜਿਹੜੀ CPF ਦੀ ਹੁੰਦੀ ਹੈ, ਇੱਕ ਕੰਪਨੀ ਦੇ ਵਿੱਚ 96 ਬੰਦੇ ਹੁੰਦੇ ਨੇ। 96 ਤਾਂ ਉਹ ਹੈਗੇ ਨੇ। ਇਸ ਤੋਂ ਇਲਾਵਾ ਤੁਸੀਂ ਦੇਖੋ ਕਿ ਉਹਨਾਂ ਨੇ ਆਪਣੀ ਪੁਲਿਸ ਫੋਰਸ ਹੈਗੀ ਹੈ। 1441 ਪੁਲਿਸ ਫੋਰਸ ਹੈਗੀ ਹੈ ਪੁਲਿਸ ਦੇ ਕੋਲ, ਜਿਹਦੇ ਵਿੱਚੋਂ ਕਿ 1200 ਬੰਦੇ ਹੈਗੇ ਜਿਹੜੇ ਔਨ ਜੌਬ ਸੀਗੇ। 1200 ਦੇ ਵਿੱਚੋਂ ਉਹਨਾਂ ਨੇ ਮੇਰੇ ਖਿਆਲ 900 ਬੰਦਾ ਜਿਹੜਾ ਲਗਾ ਰੱਖਿਆ ਹੈਗਾ। ਬਾਕੀ ਕੋਈ ਕਿਤੇ ਲੱਗਿਆ, ਕੋਈ ਅਬਜ਼ਰਵਰਸ ਨਾਲ ਲੱਗਿਆ, ਤੇ ਕੁਝ ਕੁੱਲ ਮਿਲਾ ਕੇ ਤੇ ਪੁਲਿਸ ਦਾ ਵੀ ਅਬਾਊਟ 5000 ਬੰਦਾ ਇਸ ਵੇਲੇ ਸ਼ਹਿਰ ਦੇ ਵਿੱਚ ਘੁੰਮ ਰਿਹਾ। ਮੀਡੀਆ ਕਵਰੇਜ ਵਾਸਤੇ ਦੇਖੋ ਜੀ, ਇਹ ਗਾਈਡਲਾਈਨਸ ਹੈਗੀਆਂ ਨੇ ਕਿ ਤੁਸੀਂ 200 ਮੀਟਰ ਬਾਹਰ ਤੱਕ ਦਾ ਕਵਰੇਜ ਕਰ ਸਕਦੇ ਹੋ। ਤੁਹਾਡੀ ਕੋਈ ਵੀ ਨੌਲੇਜ ਦੇ ਵਿੱਚ ਜੇ ਕੋਈ ਆਉਂਦਾ ਹੈ ਕਿ ਕੋਈ ਕਿਸੇ ਵੀ ਤਰ੍ਹਾਂ ਦਾ ਖਰਾਬ ਕਰ ਰਿਹਾ ਮਾਹੌਲ ਜਾਂ ਕੁਝ ਵੀ ਹੈਗਾ, ਤੁਸੀਂ ਉਹਨੂੰ ਕਵਰ ਕਰ ਸਕਦੇ ਹੋ। ਬੂਥ ਦੇ ਅੰਦਰ ਜਾਣਾ ਤਾਂ ਕਿਸੇ ਲਈ ਵੀ ਅਲਾਉਡ ਨਹੀਂ ਹੈ, ਠੀਕ ਹੈ। ਹਾਂ, ਜੇ ਕੋਈ ਪ੍ਰੈਸ ਦੇ ਮੈਂਬਰ ਨੂੰ ਆਪਾਂ ਅਲਾਉਡ ਕਰਨਾ ਹੁੰਦਾ ਕਾਰਡ ਦਿੰਦੇ ਆ, ਉਹ ਕਾਰਡ ਅਸੀਂ ਇਸ਼ੂ ਕਰ ਰਹੇ ਹੈਗੇ ਆ, ਉਹੀ ਬੰਦਾ ਜਾਊਗਾ। ਉਹ ਵੀ ਜਿਹੜਾ ਹੈਗਾ ਤੁਸੀਂ ਸਿਰਫ ਉਹ ਜਿਹੜੇ ਕੰਮ ਕਰ ਰਹੇ ਉਹਨਾਂ ਨੂੰ ਦੇਖ ਸਕਦੇ। ਅੰਦਰ ਜਿੱਥੇ ਵੋਟਿੰਗ ਹੋ ਰਹੀ ਉਹਨੂੰ ਤੁਸੀਂ ਨਹੀਂ ਕਵਰ ਕਰ ਸਕਦੇ। ਮੇਰੀ ਨੌਲੇਜ ਦੇ ਹਿਸਾਬ ਨਾਲ ਹੁਣ ਤੱਕ ਦੀ ਜਿਹੜੀ ਕੈਸ਼ ਦੀ ਸੀਗੀ 48 ਲੱਖ ਰੁਪਇਆ ਸੀ ਉਹਨਾਂ ਦੀ ਰਿਕਵਰੀ ਬੰਦੂਆਣਾ ਵਾਲੇ ਵਾਲੀ, ਹੈ ਨਾ। ਇੰਨੀ ਹੈ ਨਾ, ਇਸ ਤੋਂ ਬਾਅਦ ਤਾਂ ਕੋਈ ਨਹੀਂ ਹੋਈ। ਔਰ ਉਹਨਾਂ ਨੇ ਕੁਝ ਲਾਨ ਵੀ ਫੜਿਆ ਹੈਗਾ, ਡਰੱਗਸ ਦੇ ਵਿੱਚ ਲਾਨ ਹੀ ਫੜਿਆ ਹੈਗਾ। ਹੋਰ ਤੇ ਯੂ ਕੈਨ ਆਸਕ ਦਿਸ ਫਰੋਮ SST। ਵੈਸੇ ਮੇਰੇ ਕੋਲ ਰਿਪੋਰਟ ਹੈਗੀ ਆ, ਬਟ ਇਟ ਇਜ਼ ਬੈਟਰ ਯੂ ਆਸਕ SST। ਜਿਹੜੇ ਨਵੇਂ ਸਾਡੇ ਵੋਟਰ ਹੈਗੇ ਨੇ, ਅਸੀਂ ਉਹਨਾਂ ਨੂੰ ਬਿਲਕੁਲ ਸਨਮਾਨਿਤ ਕਰਾਂਗੇ, ਸਰਟੀਫਿਕੇਟਸ ਦੇਵਾਂਗੇ, ਤੇ ਜਦੋਂ ਉਹ ਬੂਥ ਦੇ ਉੱਤੇ ਆਉਣਗੇ ਅਸੀਂ ਉਹਨਾਂ ਨੂੰ ਬਹੁਤ ਵਧੀਆ ਸਰਪ੍ਰਾਈਜ਼ ਸਵਾਗਤ ਕਰਾਂਗੇ ਜੀ।